ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਤੇ ਅੱਜ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਨੀਆਂ ਉਹਦੇ ਵਿੱਚ ਇੱਕ ਚੀਜ਼ ਬੜੀ ਮਾੜੀ ਹੈ, ਇਸ ਵਕਤ ਚਰਚਾ ਦਾ ਵਿਸ਼ਾ ਬਣ ਗਈ ਆ ਕਿ ਆਪਾਂ ਨੂੰ, ਯਾਨੀ ਕਿ ਜਦੋਂ ਮੈਂ ਆਪਾਂ ਨੂੰ ਸ਼ਬਦ ਕਹਿਣਾ ਤੇ ਉਹਦੇ ਵਿੱਚ ਪੰਜਾਬੀਆਂ ਦੀ ਗੱਲ ਕਰਦਾ, ਪੰਜਾਬੀਆਂ ਨੂੰ ਕਹਿੰਦੇ ਅਕਲ ਦੀ ਘਾਟ ਆ, ਯਾਨੀ ਕਿ ਉਹਨਾਂ ਕੋਲ ਅਕਲ ਘੱਟ ਆ। ਇਹ ਮੈਂ ਨਹੀਂ ਕਹਿ ਰਿਹਾ, ਇਹ ਚਰਚਾ ਕਿੱਥੋਂ ਚੱਲੀ ਤੇ ਕਿਵੇਂ ਚੱਲੀ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਫਿਰ ਆਪਾਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸ਼ਹੀਦ, ਜਦੋਂ ਆਪਾਂ ਭਗਤ ਸਿੰਘ ਹੋਰਾਂ ਦੀ ਗੱਲ ਕਰਦੇ ਹਾਂ, ਸ਼ਹੀਦ ਆਜ਼ਮ ਭਗਤ ਸਿੰਘ, ਤਾਂ ਉਹਨਾਂ ਦੇ ਜਿਹੜੇ ਦੋ ਸਾਥੀ ਆ, ਨਿੱਕੇ ਨਿੱਕੇ ਨਿਆਣਿਆਂ ਨੂੰ ਵੀ ਪਤਾ ਕਿ ਉਹਨਾਂ ਦੇ ਨਾਮ ਕੀ ਸੀ, ਪਰ ਹੁਣ ਉਹਦੇ 'ਚੋਂ ਇੱਕ ਨਾਮ ਜਿਹੜਾ ਉਹ ਬਦਲ ਦਿੱਤਾ ਗਿਆ। ਇਹ ਕੀ ਕਹਾਣੀ ਆਪਾਂ ਸਮਝਾਂਗੇ। ਫਿਰ ਕੁਝ ਖਬਰਾਂ ਹੋਰ ਨੇ, ਇਹ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਪਰ ਨਾਲ ਦੀ ਨਾਲ ਮੈਂ ਤੁਹਾਨੂੰ ਸਟਾਰਟਿੰਗ 'ਚ ਯਾਦ ਕਰਵਾ ਦਿਆਂ ਕਿ ਉਹ ਲਾਈਕ ਵਾਲਾ ਕੰਮ ਤੁਸੀਂ ਕਰਦੇ ਰਿਹਾ ਕਰੋ, ਅਤੇ ਤੁਸੀਂ ਉਹ ਕਰਦੇ ਹੋ ਅਤੇ ਉਹਦੇ ਨਾਲ ਇੱਕ ਐਪਰੀਸੀਏਸ਼ਨ ਹੁੰਦੀ ਆ ਅਤੇ ਥੋੜ੍ਹਾ ਜਿਹਾ ਹੌਸਲਾ ਵੱਧਦਾ। ਅਸੀਂ ਵੀ ਗੱਲਾਂ ਬਾਤਾਂ ਹੋਰ ਆਪ ਜੀ ਲਈ ਵਧੀਆ ਕਰਦੇ ਹਾਂ। ਪਨ ਸਾਹਿਬ ਨਾਲ ਨੇ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਪਨ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰ। ਪਨ ਸਾਹਿਬ, ਬਾਕੀ ਗੱਲਾਂ ਕਰਨ ਤੋਂ ਪਹਿਲਾਂ ਮੈਨੂੰ ਇਹ ਆ ਕਿ ਆਪਾਂ ਜਿਹੜੀ ਕੱਲ੍ਹ ਗੱਲ ਕੀਤੀ ਸੀ ਉਹਦਾ ਹੁਣ ਅਗਲਾ ਭਾਗ ਕਰ ਲਈ, ਕਿਉਂਕਿ ਅਗਲਾ ਭਾਗ ਇਹ ਸਾਹਮਣੇ ਆਇਆ ਕੱਲ੍ਹ, ਜਿੱਦਾਂ ਕਿਸਾਨਾਂ ਨੇ ਐਜੀਟੇਸ਼ਨ ਕੀਤੀ ਕਿ ਸੜਕਾਂ ਕੰਢੇ ਟਰੈਕਟਰ ਖੜ੍ਹੇ ਕੀਤੇ, ਕਿਉਂਕਿ ਜਿਹੜਾ ਨਵਾਂ ਮੰਡੀਕਰਨ ਸਿਸਟਮ ਆ ਉਹਦਾ ਕਰਕੇ ਕੰਮ ਖਰਾਬ ਆ। ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅੱਗੇ ਆਏ, ਉਹ ਕਹਿੰਦੇ ਵੀ ਇਹ ਬੇਫਜ਼ੂਲ ਦੀ ਐਜੀਟੇਸ਼ਨ ਆ ਜਾਂ ਇਹ ਕਰਵਾਈ ਜਾ ਰਹੀ ਹੈ, ਅਤੇ ਕਿਸਾਨ ਐਵੇਂ ਇੱਧਰ ਉੱਧਰ ਜਾਣ ਨਾਲੋਂ ਚੰਗਾ ਕਿ ਮੇਰੇ ਨਾਲ ਦਿੱਲੀ ਚੱਲਣ ਅਤੇ ਮੈਂ ਖੇਤੀ ਮੰਤਰੀ ਸਾਹਿਬ ਦੇ ਮੂੰਹ 'ਤੇ ਕਰਾ ਦਿੰਦਾ ਵੀ ਇੱਦਾਂ ਦੀ ਗੱਲ ਕੋਈ ਨਹੀਂ ਹੈਗੀ। ਸੁਖਬੀਰ ਸਿੰਘ ਬਾਦਲ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਜੀ, ਉਹ ਮੈਂ ਬੜੀ ਧਿਆਨ ਨਾਲ ਪੜ੍ਹੀ। ਉਹ 'ਚ ਦੋ ਤਿੰਨ ਗੱਲਾਂ। ਇੱਕ ਤਾਂ ਉਹਨੇ ਕਿਸਾਨਾਂ ਨੂੰ ਨਹੀਂ ਆਖਿਆ ਕਿ ਤੁਸੀਂ ਮੇਰੇ ਨਾਲ ਚੱਲੋ ਜੀ, ਉਹਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਜੀ ਕਿ ਤੁਸੀਂ ਮੇਰੇ ਨਾਲ ਚੱਲੋ ਅਤੇ ਆਪਾਂ ਖੇਤੀ ਮੰਤਰੀ ਤੋਂ ਜਾ ਕੇ ਦਾ ਸਪਸ਼ਟੀਕਰਨ ਲੈ ਲੈਂਦੇ। ਜੀ, ਇਹਦਾ ਮਤਲਬ ਇਹ ਆ ਕਿ ਪੰਜਾਬ ਦਾ ਮੁੱਖ ਮੰਤਰੀ ਹੁਣ ਇੰਨਾ ਨਿਮਾਣਾ ਹੋ ਗਿਆ ਕਿ ਕੱਲ੍ਹ ਦੇ ਡਿਪਟੀ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਦੇ ਆਸਰੇ ਕੇਂਦਰ ਦੇ ਖੇਤੀ ਮੰਤਰੀ ਤੱਕ ਪਹੁੰਚੂਗਾ। ਜੀ। ਦੂਜਾ, ਉਹਨੇ ਆਖਿਆ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਵਾਲੇ ਅਕਾਲੀ ਦਲ ਦੀ ਬਿਨਾਂ ਵਜ੍ਹਾ ਬਦਨਾਮੀ ਕਰਦੇ ਆ। ਜੀ। ਅਸੀਂ ਤਾਂ ਕਿਸਾਨਾਂ ਵਾਸਤੇ ਕੁਰਬਾਨੀਆਂ ਬਹੁਤ ਕੀਤੀਆਂ ਅਤੇ ਹੋਰ ਕਰਨ ਨੂੰ ਤਿਆਰ ਹਾਂ। ਨਾਲ ਉਹਨੇ ਇਹ ਵੀ ਗਿਣਾਇਆ ਮੇਰੇ ਬਾਪ ਨੇ ਕਿੰਨੀ ਵਾਰੀ ਕਿਸਾਨਾਂ ਵਾਸਤੇ ਕੀ ਕੁਛ ਕੀਤਾ। ਜੀ। ਕੀਤਾ ਹੋਵੇਗਾ। ਹੁਣ ਜਿਹੜਾ ਆਹ ਮੌਕਾ ਜਿੱਥੇ ਬੋਲਣ ਦੀ ਲੋੜ ਹੈ ਅਤੇ ਜੋ ਬੋਲਣ ਦੀ ਲੋੜ ਹੈ, ਉਹਦੇ ਤੋਂ ਸੁਖਬੀਰ ਸਿੰਘ ਬਾਦਲ ਪਾਸਾ ਵੱਟ ਰਿਹਾ। ਉਹਦੀ ਸਾਰੀ ਸਟੇਟਮੈਂਟ 'ਚ ਇਹ ਆਉਂਦਾ ਕਿ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਵਾਲੇ ਸਾਡੀ ਬਦਨਾਮੀ ਕਰਦੇ ਆ। ਇਹ ਆਉਂਦਾ ਕਿ ਮੇਰੇ ਨਾਲ ਚਲੋ ਅਤੇ ਮੈਂ ਤੁਹਾਨੂੰ ਸਪਸ਼ਟੀਕਰਨ ਲੈ ਦਿੰਦਾ। ਜੀ। ਪਰ ਸਾਰੀ ਸਟੇਟਮੈਂਟ 'ਚ ਇਹ ਕਿਤੇ ਨਹੀਂ ਆਇਆ ਕਿ ਕੇਂਦਰ ਸਰਕਾਰ ਨੇ ਇਹੋ ਜਿਹੇ ਆਰਡੀਨੈਂਸ ਜਾਰੀ ਕਰਕੇ ਕਿਸਾਨਾਂ ਦਾ ਗਲਾ ਘੁੱਟਣ ਦਾ ਯਤਨ ਕੀਤਾ। ਇਹ ਕਿਤੇ ਨਹੀਂ ਆਇਆ ਕਿ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਉਹ ਖਤਮ ਕੀਤਾ ਜਾ ਰਿਹਾ। ਜੀ। ਇਹ ਵੀ ਗੱਲ ਕਿਤੇ ਨਹੀਂ ਆਈ ਕਿ ਜੇ ਸਪਸ਼ਟੀਕਰਨ 'ਤੇ ਤੁਹਾਡੀ ਤਸੱਲੀ ਨਾ ਹੋਈ ਤੇ ਮੈਂ ਤੁਹਾਡੇ ਨਾਲ ਖਲੋਊਂਗਾ। ਜੀ। ਜਦੋਂ ਕਹਿੰਦਾ ਮੈਂ ਸਪਸ਼ਟੀਕਰਨ ਲੈ ਦਿੰਦਾ, ਇਹ ਉਹਨਾਂ ਦਾ ਬੁਲਾਰਾ। ਸਰਕਾਰ ਤਾਂ ਕੇਂਦਰ 'ਚ ਭਾਜਪਾ ਦੀ ਹੈ। ਜੀ। ਭਾਜਪਾ ਦੇ ਕਿਸੇ ਬੁਲਾਰੇ ਨੇ ਤਾਂ ਇਹੋ ਜਿਹੀ ਗੱਲ ਆਖੀ ਨਹੀਂ। ਇਹ ਉਹਨਾਂ ਦੀ ਥਾਂ 'ਤੇ ਕਹਿੰਦਾ ਮੈਂ ਚੱਲ ਕੇ ਤੁਹਾਨੂੰ ਸਪਸ਼ਟੀਕਰਨ ਲੈ ਦੇਣਾ, ਤੂੰ ਸਪਸ਼ਟੀਕਰਨ ਇਕੱਲਾ ਹੀ ਲਿਆ। ਜੀ। ਤੇਰਾ ਲਿਆਂਦਾ ਸਪਸ਼ਟੀਕਰਨ ਪੜ੍ਹ ਲਵਾਂਗੇ। ਇਹ ਜਿਹੜੇ ਢੰਗ ਨਾਲ ਨੇ ਗੱਲ ਕੀਤੀ ਆ, ਔਰ ਅਖੀਰ ਦੇ ਉੱਤੇ ਚਾਹੀਦਾ ਸੀ ਕਿ ਲਫ਼ਜ਼ ਜੋੜਦਾ ਕਿ ਜੇ ਕੇਂਦਰ ਵਾਲੇ ਨਾ ਮੰਨਣਗੇ ਤਾਂ ਮੈਂ ਤੁਹਾਡੇ ਨਾਲ ਖਲੋਊਂਗਾ। ਆਹ ਲਫ਼ਜ਼ ਤੇ ਨਹੀਂ ਆਖਿਆ ਹੀ ਨਹੀਂ। ਜੀ। ਇਹਦਾ ਮਤਲਬ ਕਿ ਬਹੁਤ ਕਸੂਤਾ ਫਸਿਆ, ਕੇਂਦਰ ਦੇ ਸਾਹਮਣੇ ਸਿਰ ਚੁੱਕ ਕੇ ਬੋਲਣ ਜੋਗਾ ਨਹੀਂ। ਇੱਥੇ ਪੰਜਾਬ ਵਿੱਚ ਮਾੜਾ ਮੋਟੇ ਆਪਣੀ ਹਾਜ਼ਰੀ ਵੀ ਰੱਖਣੀ ਚਾਹੁੰਦਾ। ਰਹੀ ਗੱਲ ਬਦਨਾਮੀ ਦੀ, ਜੇ ਭਾਈ ਬਦਨਾਮੀ ਦਾ ਇੰਨਾ ਡਰ ਹੈ ਅਤੇ ਜਿਸ ਦਾ ਵੀਰਪਾਲ ਕੌਰ ਨੇ ਐਡਾ ਵੱਡਾ ਇਲਜ਼ਾਮ ਲਾਇਆ, ਉਸ ਇਲਜ਼ਾਮ ਤੋਂ ਬਾਅਦ ਹੁਣ ਤੱਕ ਅਕਾਲੀ ਦਲ ਦੇ 4 ਲੀਡਰ ਬੋਲੇ, 5ਵਾਂ ਤੇ ਕੋਈ ਬੋਲਿਆ ਨਹੀਂ। ਅਤੇ ਇਹਨਾਂ ਦੇ ਘਰ ਦੇ 4 ਆਪਣੇ ਲੀਡਰ ਹੈਗੇ ਆ, ਉਹਨਾਂ 4 ਚੋਂ ਇੱਕ ਵੀ ਬੋਲਿਆ ਨਹੀਂ। ਜੀ। ਗੱਲ ਕੀ ਹੈ? ਘੁੰਗਣੀਆਂ ਕਿਉਂ ਪਾ ਲਈਆਂ? ਚੁੱਪ ਤੋੜਨੀ ਚਾਹੀਦੀ ਹੈ। ਐਵੇਂ ਆਖੀ ਜਾਣਾ ਫਲਾਨਾ ਮੇਰੀ ਬਦਨਾਮੀ ਕਰਦਾ। ਬਦਨਾਮੀ ਇਸ ਕਰਕੇ ਹੁੰਦੀ ਪਈ ਹੈ ਕਿ ਤੁਸੀਂ ਜੋ ਕੁਝ ਕਰਦੇ ਹੋ ਉਹ ਸਾਰਾ ਕੁਝ ਹੀ ਇਸ ਤਰ੍ਹਾਂ ਦਾ ਕਰਦੇ ਹੋ ਕਿ ਲੋਕਾਂ ਦੇ ਸੰਘੋਂ ਨਹੀਂ ਉਤਰਦਾ। ਲੋਕਾਂ ਨੂੰ ਉਹਦੇ ਵਿੱਚ ਹਰ ਗੱਲ 'ਚ ਹੀ ਇੱਕ ਧੋਖੇ ਜਿਹੇ ਦੀ ਗੁੰਜਾਇਸ਼ ਜਾਪਦੀ ਹੈ। ਕੋਈ ਥੋੜ੍ਹਾ ਜਿਹਾ ਬੰਦਾ ਸਪਸ਼ਟ ਤਾਂ ਬੋਲੇ। ਇਸ ਵਾਰੀ ਵੀ ਉਹ ਸਪਸ਼ਟ ਨਹੀਂ ਬੋਲਿਆ। ਕੇਂਦਰ ਤੋਂ ਸਪਸ਼ਟੀਕਰਨ ਦਿਵਾਉਂਦਾ, ਪਰ ਆਪਣਾ ਸਪਸ਼ਟੀਕਰਨ ਦੇਣ ਜੋਗਾ ਹੈ ਨਹੀਂ। ਆਹ ਸਪਸ਼ਟੀਕਰਨ ਤੋਂ ਮੈਨੂੰ ਯਾਦ ਆ ਗਿਆ ਪਨੂ ਸਾਹਿਬ ਕਿ ਇੱਕ ਜਿਹੜੀ ਅੱਜ ਕੱਲ੍ਹ ਇੱਕ ਹੋਰ ਨਵੀਂ ਗੱਲ ਚੱਲ ਪਈ ਹੈ ਕਿ ਜਿਹੜੇ ਵਿਚਾਰੇ ਪਿਛਲੇ ਸਮੇਂ ਦੇ ਵਿੱਚ ਪੈਨਸ਼ਨਾਂ ਲੈਣ ਵਾਲੇ ਬਜ਼ੁਰਗ ਸੀਗੇ, ਉਹਨਾਂ ਨੂੰ ਹੁਣ ਨੋਟਿਸ ਆਉਣਾ ਵੀ ਬਾਪੂ ਜਿਹੜੀ ਤੂੰ ਪੈਨਸ਼ਨ ਦਿੱਤੀ ਸੀ ਤੈਨੂੰ ਸਰਕਾਰ ਨੇ, ਉਹ ਹੁਣ ਸਰਕਾਰ ਨੇ ਵਾਪਸ ਲੈਣੀ ਆ। ਹੁਣ ਉਹਦੇ 'ਚ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਉਹ ਜਾਅਲੀ ਪੈਨਸ਼ਨਾਂ ਸੀਗੀਆਂ ਅਤੇ ਅਰਬਾਂ ਦੀ ਰਕਮਾਂ ਜਿਹੜੀ ਹੁਣ ਪੰਜਾਬ ਸਰਕਾਰ ਨੇ ਰਿਕਵਰ ਕਰਨੀ ਆ। ਉਹ ਕੀ ਚੀਜ਼ ਹੈ? ਕੁੱਲ 162 ਕਰੋੜ ਰੁਪਏ ਬਣਦੇ। 1 ਅਰਬ ਤੇ 62 ਕਰੋੜ ਰੁਪਏ। ਜੀ। ਅਕਾਲੀ ਭਾਜਪਾ ਸਰਕਾਰ ਦੇ ਵੇਲੇ
ਜਿੱਥੇ ਕਿਸੇ ਨੇ ਆਖਿਆ ਜੀ ਵੋਟਾਂ ਬਣਦੀਆਂ ਉੱਥੇ ਹੀ ਪੈਨਸ਼ਨਾਂ ਮਨਜ਼ੂਰ ਕਰਤੀਆਂ। ਜੀ। ਜਿਹੜੇ ਇੱਥੋਂ ਤੱਕ ਕਿ ਕੁਆਰੇ ਮੁੰਡੇ 32 34 35 ਸਾਲ ਵਾਲੇ ਬੰਦੇ 40 ਸਾਲ ਵਾਲੇ ਉਹ ਬੁਢਾਪਾ ਪੈਨਸ਼ਨ ਲੈ ਰਹੇ। ਜੀ। ਜਿਹੜੀਆਂ ਕੁਆਰੀਆਂ ਕੁੜੀਆਂ ਉਹਨਾਂ ਦੇ ਨਾਂ 'ਤੇ ਵਿਧਵਾ ਪੈਨਸ਼ਨ ਚੱਲ ਰਹੀ ਹੈ। ਜੀ। ਇਹ ਕਿੱਥੋਂ ਹੋਈ ਗੱਲ? ਇੱਥੇ ਮੋਗੇ ਜ਼ਿਲ੍ਹੇ 'ਚ ਧਰਮਕੋਟ ਇਲਾਕੇ 'ਚੋਂ ਇੱਕ ਬੰਦੇ ਨੇ ਸ਼ਿਕਾਇਤ ਕੀਤੀ ਸੀ, ਤੇ ਹੁਣ ਨਹੀਂ ਕੀਤੀ, ਅਕਾਲੀ ਭਾਜਪਾ ਸਰਕਾਰ ਦੇ ਵਕਤ ਕੀਤੀ ਸੀ, ਕਿ ਮੇਰੇ ਕੋਲ ਸਬੂਤ ਹੈ ਕਿ ਆ ਜਾਲੀ ਪੈਨਸ਼ਨਾਂ ਚੱਲਦੀਆਂ। ਡਿਪਟੀ ਕਮਿਸ਼ਨਰ ਦੀ ਡਿਊਟੀ ਲੱਗ ਗਈ। ਫਿਰ ਜਾ ਕੇ ਪਿੰਡ 'ਚ ਪੁੱਛਿਆ ਗਿਆ, ਕੁਝ ਤਾਂ ਬੁੱਢੇ ਸੀ ਮਰ ਗਏ ਸੀ, ਉਹਨਾਂ ਦੇ ਘਰ ਦੇ ਪੈਨਸ਼ਨ ਲੈ ਰਹੇ ਆ, ਬੈਂਕ ਮੈਨੇਜਰ ਨਾਲ ਤੇ ਸਰਪੰਚ ਨਾਲ ਮਿਲ ਕੇ ਲੈ ਰਹੇ। ਜੀ। ਕੁਝ ਜਵਾਨ ਮੁੰਡੇ ਸਨ, ਬੁਢਾਪਾ ਪੈਨਸ਼ਨ ਲੈ ਰਹੇ ਸੀ। ਕੁਝ ਇਹੋ ਜਿਹੇ ਸੀ ਜਿਨ੍ਹਾਂ ਨੇ ਆਰਥਿਕ ਪੱਖੋਂ ਕਮਜ਼ੋਰ ਕਹਿ ਕੇ ਬੁਢਾਪਾ ਪੈਨਸ਼ਨ ਲਵਾਈ, ਪਰ ਉਹਨਾਂ ਦੇ ਘਰ ਕਾਰਾਂ ਖੜੀਆਂ ਸੀ। ਕੁਝ ਕੁੜੀਆਂ ਨਿਕਲ ਆਈਆਂ ਜਿਨ੍ਹਾਂ ਦੇ ਵਿਆਹ ਨਹੀਂ ਸਨ ਹੋਏ, ਜਾਂ ਕੁਝ ਇਹੋ ਜਿਹੇ ਨਿਕਲ ਆਏ ਉਹ ਬਿਨਾਂ ਵਿਆਹ ਤੋਂ ਵਿਧਵਾ ਬਣੀਆਂ ਸਨ। ਕੁਝ ਇਹੋ ਜਿਹੇ ਨਿਕਲ ਆਏ ਜਿਹੜੇ ਸਰੀਰਕ ਤੌਰ 'ਤੇ ਠੀਕ ਠਾਕ ਹੈ ਤੇ ਅੰਗਹੀਣ ਦੀ ਫਿਜ਼ੀਕਲੀ ਚੈਲੰਜ ਦੀ ਪੈਨਸ਼ਨ ਲੈ ਰਹੇ ਸੀ। ਜੀ। ਉਹਨਾਂ ਦਿਨਾਂ 'ਚ ਅੰਮ੍ਰਿਤਸਰ ਦੇ ਭਿੱਖੀਵਿੰਡ ਰੋਡ ਦੇ ਉੱਤੇ ਇੱਕ ਪਿੰਡ ਦੇ ਵਿੱਚੋਂ ਇਹੋ ਜਿਹਾ ਕੇਸ ਵੀ ਆਇਆ ਸੀ ਕਿ ਸਰਕਾਰ ਨੇ ਆਖਿਆ ਕਿ ਹੁਣ ਉਦੋਂ ਲੋਕ ਸਭਾ ਚੋਣਾਂ ਆ ਰਹੀਆਂ ਸੀ 2014 ਵਾਲੀਆਂ, ਜੀ, ਵੀ ਵੋਟਾਂ ਲੈਣੀਆਂ ਜਿੱਦਾਂ ਮਰਜ਼ੀ ਲਓ। ਤੇ ਉੱਥੇ 2014 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਪਿੰਡ 'ਚ ਗਏ ਤੇ ਉਹਨਾਂ ਨੇ ਆਖਿਆ ਜੀ ਸਗਨ ਸਕੀਮ ਦੇ ਪੈਸੇ ਨਹੀਂ ਆਏ, ਭਲਕੇ ਲੈ ਲਓ ਆ ਕੇ। ਉਹ ਜਿਨ੍ਹਾਂ ਲੈਣੇ ਸੀ ਉਹਨਾਂ ਤੇ ਲੈਣੇ ਹੀ ਲੈਣੇ ਸੀ। ਨਾਲ ਦੀ ਨਾਲ ਇੱਕੋ ਪਿੰਡ 'ਚ ਇੱਕ ਮਹੀਨੇ 'ਚ 35 ਜਾਂ 40 ਵਿਆਹ ਹੋ ਗਏ। ਕਾਗਜ਼ੀ ਪੱਤਰੀ ਕਾਰਡ ਛਪਾਇਆ, ਜਾ ਕੇ ਸਗਨ ਸਕੀਮ ਲੈ ਲਈ। ਔਰ ਕਮਾਲ ਦੀ ਗੱਲ ਇਹ ਕਿ ਉਹਨਾਂ 35 40 'ਚ ਇੱਕ ਕੁੜੀ ਦਾ ਇੱਕੋ ਮਹੀਨੇ 'ਚ 3 ਵਾਰ ਵਿਆਹ ਕਰ ਦਿੱਤਾ ਗਿਆ। ਇਹ ਵੀ ਕੰਮ ਹੋਇਆ ਸੀ। ਇਸ ਪਿਛਲੀ ਸਰਕਾਰ ਦੇ ਵਕਤ ਕਾਲਾ ਮਾਲਾ ਬਹੁਤ ਹੋਇਆ, ਔਰ ਜਿੰਨਾ ਕਾਲਾ ਮਾਲਾ ਹੋਇਆ ਉਹ ਸਿਰਫ ਇਹ ਨਹੀਂ ਕਿ 2012 ਤੋਂ 2017 ਤੱਕ ਹੋਇਆ, ਇਹਦੇ ਤੋਂ ਵੀ ਪਹਿਲਾਂ ਹੁੰਦਾ ਰਿਹਾ। ਉਹਦੇ ਤੋਂ ਪਹਿਲਾਂ ਇੱਕ ਵਾਰੀ ਫਰੀਦਕੋਟ 'ਚ ਇਹ ਹੋਇਆ ਸੀ ਕਿ ਅਕਾਲੀ ਦਲ ਦਾ ਇੱਕ ਕੌਂਸਲਰ, ਉਹਨੇ ਆਪਣੀਆਂ 2 ਭੈਣਾਂ ਦੇ ਨਾਂ ਦੇ ਉੱਤੇ ਸਗਨ ਸਕੀਮ ਦੇ ਪੈਸੇ ਲੈ ਲਏ ਸਨ। ਜੀ। ਤੇ ਬਾਅਦ 'ਚ ਪੜਤਾਲ ਹੋਈ ਤੇ ਪਤਾ ਲੱਗਾ ਕਿ ਉਹਦੀ ਕੋਈ ਭੈਣ ਹੀ ਨਹੀਂ, ਪਤਾ ਨਹੀਂ ਭੈਣਾਂ ਜੰਮੀਆਂ ਨਹੀਂ ਸਨ ਜਾਂ ਜੰਮਣ ਨਹੀਂ ਸਨ ਦਿੱਤੀਆਂ, ਪਰ ਸਗਨ ਸਕੀਮ ਦੇ ਪੈਸੇ ਲੈ ਲਏ ਸਨ। ਤੇ ਮਾਮਲਾ ਅਕਾਲੀ ਕੌਂਸਲਰ ਦੇ ਆਪਣੇ ਪਰਿਵਾਰ ਦਾ ਸੀ। ਉਹਦੀਆਂ ਸਕੀਆਂ ਭੈਣਾਂ ਦੇ ਨਾਂ ਲਿਖ ਕੇ, ਜਿਹੜੀਆਂ ਭੈਣਾਂ ਹੈ ਹੀ ਨਹੀਂ, ਤੇ ਸਗਨ ਸਕੀਮ ਦੇ ਪੈਸੇ ਲਏ ਸੀ। ਤੇ ਮੁੜ ਕੇ ਉਹ ਕਹਿੰਦਾ ਜੀ ਮੈਨੂੰ ਤੇ ਪਤਾ ਨਹੀਂ ਲੱਗਾ, ਮੇਰੀ ਮਾਂ ਦਾ ਅੰਗੂਠਾ ਲਵਾ ਕੇ ਕਿਸੇ ਨੇ ਦਵਾ ਤੇ, ਮੈਨੂੰ ਕੀ ਪਤਾ। ਸੋ ਇਹ ਪੈਨਸ਼ਨਾਂ ਦਾ ਕੰਮ ਵੀ ਇਸੇ ਤਰ੍ਹਾਂ ਦਾ। ਹੁਣ ਪੰਜਾਬ ਸਰਕਾਰ ਨੇ ਇਹ ਤਾਂ ਫੈਸਲਾ ਠੀਕ ਕੀਤਾ ਕਿ ਜਿਨ੍ਹਾਂ ਨੇ ਪੈਸੇ ਲਏ ਉਹਨਾਂ ਤੋਂ ਵਾਪਸ ਲਓ 162 ਕਰੋੜ ਰੁਪਏ। ਜੀ। ਪਰ ਕਈ ਪਰਿਵਾਰ ਇਹੋ ਜਿਹੇ ਹੋਣੇ ਆ ਜਿਹੜੇ ਪੈਸੇ ਮੋੜਨ ਜੋਗੇ ਨਹੀਂ ਨਿਕਲਣੇ, ਉਹਨਾਂ ਤੋਂ ਜਾ ਕੇ ਲੈ ਕੇ ਲਓਗੇ। ਜੀ। ਇਹ ਪਿਛਲੀ ਸਰਕਾਰ ਨੇ ਵੋਟਾਂ ਵੇਲੇ ਜਿਨ੍ਹਾਂ ਨੂੰ ਲਾਤੀਆਂ ਸੋ ਲਾਤੀਆਂ। ਹੁਣ ਜਿਨ੍ਹਾਂ ਦੇ ਕੋਲ ਖਾਂਦੇ ਪੀਂਦੇ ਆ, ਫਰਜ਼ ਕਰੋ ਕਿੰਨੀ ਕਿੰਨੀ ਪੈਲੀ ਆ, ਤੇ ਝੂਠ ਬੋਲ ਕੇ ਪੈਨਸ਼ਨਾਂ ਲਈਆਂ, ਉਹਨਾਂ ਤੋਂ ਪੈਨਸ਼ਨ ਰਿਕਵਰੀ ਦੇ ਨਾਲ ਜੁਰਮਾਨਾ ਵੀ ਲੈਣਾ ਚਾਹੀਦਾ। ਜੇ ਹੋ ਸਕੇ ਕੇਸ ਵੀ ਬਣਾ ਦੇਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੰਨ ਹੋ ਜਾਣ ਕਿ ਇਦਾਂ ਨਹੀਂ ਕਰੀਦਾ। ਪਰ ਪੈਨਸ਼ਨ ਪਨ ਸਾਹਿਬ ਕਦੇ ਕਿੰਨੀ ਕੁ ਮਿਲਦੀ, ਕਦੀ ਕਦਾਈ ਮਿਲਦੀ ਹੈ, ਪਰ ਉਹਦਾ ਵੀ ਕਿਉਂ ਲਾਲਚ 500 ਹੁੰਦੀ ਸੀ। ਜੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ 2500 ਕਰ ਦਿਆਂਗੇ, ਅਜੇ 2500 ਕੀਤੀ ਤਾਂ ਨਹੀਂ, ਸ਼ਾਇਦ ਹੁਣ 700-800 ਦੇ ਨੇੜੇ ਕੋਈ ਮਿਲਦੀ ਹੈ, ਪਤਾ ਨਹੀਂ ਕਿੰਨੀ ਮਿਲਦੀ ਹੈ, ਪਰ 500 ਤੋਂ ਵਧਾਤੀ ਹੈ। ਉਹ ਜਿੰਨੀ ਵੀ ਆ ਲੋਕੀ ਤੇ 50 ਰੁਪਈਆ ਬਦਲੇ ਵੀ ਇੱਥੇ ਪਰਸੋਂ ਦੀ ਗੱਲ ਹੈ, ਇੱਕ ਥਾਂ ਤੇ ਝਗੜਦਿਆਂ ਸਿਰਫ 50 ਰੁਪਈਆ ਬਦਲੇ ਚਾਕੂ ਮਾਰ ਕੇ ਇੱਕ ਨੇ ਦੂਸਰੇ ਨੂੰ ਮਾਰਤਾ। ਜੀ। ਇੱਕ ਪਰਿਵਾਰ 'ਚ 2 ਸਗੇ ਭਰਾ ਲੜੇ 1500 ਰੁਪਏ ਤੋਂ, ਤੇ 1500 ਰੁਪਏ ਤੋਂ ਇੱਕ ਸਗੇ ਭਰਾ ਨੇ ਸਗਾ ਭਰਾ ਮਾਰ ਦਿੱਤਾ। ਸਿਰਫ 1500 ਰੁਪਏ ਦੀ ਗੱਲ। ਜਿਹੜੇ ਪੰਜਾਬ 'ਚ 50 ਤੇ 1500 ਰੁਪਏ ਬਦਲੇ ਕਤਲ ਹੁੰਦੇ ਹੋਣ, ਉੱਥੇ 500 ਰੁਪਇਆ ਵੀ ਵਾਧੂ ਦਾ ਆਉਂਦਾ ਹੋਵੇ ਤੇ ਲੋਕ ਐਡਾ ਝੂਠ ਬੋਲਣ ਨੂੰ ਤਿਆਰ ਹੋ ਜਾਂਦੇ। ਜੀ। ਨਾਲੇ ਇਕੱਠਾ ਹੋਣਾ ਸਾਲ ਦਾ। ਅੱਛਾ ਪਨ ਸਾਹਿਬ, ਆਪਾਂ ਹੁਣ ਜਿਹੜੀ ਅਗਲੀ ਗੱਲ ਮੈਂ ਕਰਨੀ ਚਾਹੁੰਦਾ ਉਹ ਇਹ ਕਰਨੀ ਚਾਹੁੰਦਾ ਕਿ ਵੀ ਜਿੱਦਾਂ ਹੁਣ ਤ੍ਰਿਪੁਰਾ ਦੇ ਜਿਹੜੇ ਉਹ ਸੀਐਮ ਨੇ ਵਿਪਲਵ ਦੇ ਭਾਜਪਾ ਦੇ, ਉਹਨਾਂ ਨੇ ਜਿਹੜਾ ਇਹ ਬਿਆਨ ਦਾਗਿਆ ਕਿ ਜਿਹੜੇ ਪੰਜਾਬੀ ਨੇ ਤੇ ਜੱਟ ਨੇ ਇਹਨਾਂ ਨੂੰ ਅਕਲ ਦੀ ਘਾਟ ਆ, ਜਾਂ ਇਹਨਾਂ ਦੇ ਵਿੱਚ ਇੰਨੀ ਅਕਲ ਨਹੀਂ ਹੁੰਦੀ, ਬੰਗਾਲੀਆਂ ਦੇ ਕੋਲ ਇੰਟੈਲੀਜੈਂਸ ਹੀ ਜ਼ਿਆਦਾ। ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਕਿੱਧਰ ਨੂੰ ਮਾਰੀ ਆ ਕੇ ਗੱਲ? ਦੇਖੋ, ਉਹਨੇ ਬਿਆਨ ਦਿੱਤਾ ਬਹੁਤ ਮਾੜਾ। ਕਹਿੰਦੇ ਗੁਰੂ ਜਿਨ੍ਹਾਂ ਦੇ ਟੱਪਣੇ ਚਲੇ ਜਾਣ ਛੜਪ। ਜੀ। ਇਹ ਚੇਲੇ ਕਿਹਦੇ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ। ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਇਸ ਪ੍ਰਧਾਨ ਮੰਤਰੀ ਨੇ ਇੱਕ ਵਾਰੀ ਡਾਕਟਰ ਮਨਮੋਹਨ ਸਿੰਘ ਦੇ ਨਾਂ ਨਾਲ ਜੋੜ ਕੇ 12 ਵਜੇ ਵਾਲੀ ਗੱਲ ਵੀ ਕਹੀ ਸੀ। ਜੀ। ਇੱਦਾਂ ਦੀਆਂ ਗੱਲਾਂ ਵੀ ਭਾਜਪਾ 'ਚ ਕਈ ਵਾਰ ਕਹੀਆਂ ਜਾ ਚੁੱਕੀਆਂ ਨੇ। ਹੁਣ ਨੇ ਵਿਪਲਵ ਦੇਵ ਨੇ ਪਤਾ ਨਹੀਂ ਕਿਹੜੀ ਰੌਂ 'ਚ ਆ ਕੇ ਇੱਕ ਸਮਾਗਮ 'ਚ ਬੋਲਦਿਆਂ ਕਹਿ ਦਿੱਤਾ ਕਿ ਦੇਖੋ ਨਾ, ਹੁਣ ਪੰਜਾਬੀ ਨੇ, ਸਰਦਾਰ ਨੇ, ਇਹ ਬੜੇ ਬਹਾਦਰ ਹੁੰਦੇ ਆ, ਦਲੇਰ ਬਹੁਤ ਹੁੰਦੇ ਆ, ਪਰ ਇਹ ਦਲੇਰ ਇੱਦਾਂ ਦੇ ਆ ਕਿ ਸਰੀਰਕ ਤੌਰ 'ਤੇ ਦਲੇਰ ਆ, ਡਾਂਗ ਛੋਟਾ ਵੀ ਕਰ ਲੈਣਗੇ, ਪਰ ਉੱਦਾਂ ਸਮਝਿਆ ਜਾਂਦਾ ਕਿ ਇਹਨਾਂ ਨੂੰ ਅਕਲ ਨਹੀਂ। ਇਹ ਉਹਨੂੰ ਕਿੱਥੋਂ ਪਤਾ ਲੱਗ ਗਿਆ ਅਕਲ ਨਹੀਂ?
ਕਿਸੇ ਇੱਕ ਬੰਦੇ ਨਾਲ ਉਹਦੀ ਕੋਈ ਯਾਰੀ ਹੋਵੇ ਜਿਹੜਾ ਕੋਈ ਇਹੋ ਜਿਹਾ ਨੂੰ ਮਿਲ ਗਿਆ ਹੋਵੇ ਤੇ ਮੈਨੂੰ ਪਤਾ ਨਹੀਂ ਜੀ ਪਰ ਪੰਜਾਬੀਆਂ ਦੀ ਅਕਲ ਹੈ ਨਹੀਂ ਗੀ ਇਹ ਉਹਨੂੰ ਕਿਹਨੇ ਕਹਿ ਦਿੱਤਾ। ਅੱਜ ਅਸੀਂ ਭਗਵੰਤ ਮਾਨ ਦੀ ਹੁਣੇ ਸਟੇਟਮੈਂਟ ਪੜ੍ਹਦੇ ਹਟੇ ਹਾਂ 5 ਮਿੰਟ ਪਹਿਲਾਂ ਹੀ ਆਈ ਹੈ ਜੀ ਉਹਦੇ 'ਚੋਂ ਕਹਿੰਦਾ ਕਿ ਪੰਜਾਬੀਆਂ ਨੇ ਭਾਰਤ ਦੀ ਆਜ਼ਾਦੀ ਲਈ 90% ਦੀ ਕੁਰਬਾਨੀਆਂ ਕੀਤੀਆਂ। ਜੀ ਉਹ ਬੇਅਕਲ ਸਨ ਤਾਂ ਕੀਤੀਆਂ ਸੀ, ਅਸੀਂ ਅਕਲ ਨਾਲ ਸੋਚ ਕੇ ਕੁਰਬਾਨੀਆਂ ਕੀਤੀਆਂ। ਕੁਰਬਾਨੀਆਂ ਕਰਨ ਵਾਲਿਆਂ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਸੀ ਜਿਹੜਾ 18 ਸਾਲ ਦੀ ਉਮਰੇ ਫਾਂਸੀ ਚੜ੍ਹ ਗਿਆ ਸੀ, 18 ਤੋਂ ਘੱਟ ਤੇ। ਉਹ ਕੁਰਬਾਨੀਆਂ ਜਿਹੜੀਆਂ ਕੀਤੀਆਂ ਸਨ ਸੁਚੇਤ ਕੁਰਬਾਨੀਆਂ ਸਨ। ਅੱਜ ਦੇ ਜ਼ਮਾਨੇ ਵਿੱਚ ਵੀ ਏਅਰ ਫੋਰਸ ਦਾ ਮੁਖੀ ਪੰਜਾਬੀ ਸਰਦਾਰ ਧਨੋਆ ਉਹ ਬਗੈਰ ਅਕਲ ਤੋਂ ਬਣ ਗਿਆ ਸੀ। ਏਅਰ ਚੀਫ ਮਾਰਸ਼ਲ ਉਹਦੇ ਤੋਂ ਬਾਅਦ ਮਾਰਸ਼ਲ ਆਫ ਦਾ ਏਅਰਫੀਲਡ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਬਣਿਆ, ਉਹ ਅਰਜਨ ਸਿੰਘ ਸੀ, ਉਹ ਬਗੈਰ ਅਕਲ ਤੋਂ ਬਣ ਗਿਆ ਸੀ। ਹਿੰਦੁਸਤਾਨ ਦੇ ਰਿਜ਼ਰਵ ਬੈਂਕ ਦਾ ਗਵਰਨਰ ਤੇ ਬਾਅਦ 'ਚ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਹ ਬਗੈਰ ਅਕਲ ਤੋਂ ਬਣ ਗਿਆ ਸੀ। ਇੰਦਰ ਕੁਮਾਰ ਗੁਜਰਾਲ ਪਹਿਲਾ ਪੰਜਾਬੀ ਪ੍ਰਧਾਨ ਮੰਤਰੀ ਸੀ, ਬਗੈਰ ਅਕਲ ਤੋਂ ਬਣ ਗਿਆ ਸੀ। ਡਾਕਟਰ ਮਨਮੋਹਨ ਸਿੰਘ ਸਿੱਖ ਰਾਸ਼ਟਰਪਤੀ ਸੀ, ਪੰਜਾਬੀ ਰਾਸ਼ਟਰਪਤੀ ਸੀ, ਉਹ ਬਗੈਰ ਅਕਲ ਤੋਂ ਬਣ ਗਿਆ ਸੀ। ਜੀ ਗਿਆਨੀ ਜ਼ੈਲ ਸਿੰਘ ਸੀ, ਗਿਆਨੀ ਜੈਲ ਸਿੰਘ, ਜੀ ਸੌਰੀ ਮੈਂ ਗਲਤ ਬੋਲ ਗਿਆ, ਗਿਆਨੀ ਜੈਲ ਸਿੰਘ। ਅੱਛਾ, ਗੁਰਦਿਆਲ ਸਿੰਘ ਢਿੱਲੋਂ ਪਾਰਲੀਮੈਂਟ ਦਾ ਸਪੀਕਰ ਬਗੈਰ ਅਕਲ ਤੋਂ ਬਣ ਗਿਆ ਸੀ। ਜੀ ਸਾਡੀ ਫੌਜ ਦੇ ਹੁਣ ਤੱਕ 3 ਕਮਾਂਡਰ ਸਿੱਖ ਬਣ ਚੁੱਕੇ ਆ, ਉਹ ਬਗੈਰ ਅਕਲ ਤੋਂ ਬਣ ਗਏ ਸੀ। ਇਹ ਜੋ ਕੁਛ ਉਹਨੇ ਆਖੀ ਹੈ ਗੱਲ ਬੜੀ ਨਿੰਦਣਯੋਗ ਆ, ਬਹੁਤ ਘਟੀਆ ਗੱਲ ਹੈ ਜਿਹੜੀ ਉਹ ਕਹਿ ਗਿਆ। ਉਹਨੂੰ ਅੱਜ ਉਹਨੇ ਵੈਸੇ ਮਾਫੀ ਤਾਂ ਮੰਗ ਲਈ ਹੈ, ਪਰ ਇਹ ਜਿਹੜੇ ਭਾਜਪਾ ਦੇ ਵਿੱਚ ਰਿਵਾਜ ਪਿਆ ਵੀ ਕੁਝ ਵੀ ਕਹਿ ਦਿਓ ਤੇ ਬਾਅਦ 'ਚ ਮਾਫੀ ਮੰਗ ਲਓ, ਕਿਸੇ ਦੀ ਵੀ ਬੇਇੱਜ਼ਤੀ ਕਰ ਦਿਓ ਤੇ ਅੰਗਰੇਜ਼ ਕਹਿ ਹੀ ਗਏ ਸੀ ਕਿ ਸੌਰੀ ਕਹਿ ਦਈਏ ਤੇ ਸਭ ਠੀਕ ਹੋ ਜਾਂਦਾ। ਇਹ ਰਿਵਾਜ ਮਾੜਾ। ਭਾਜਪਾ ਵਾਲਿਆਂ ਨੂੰ ਆਪਣੇ ਬੰਦਿਆਂ ਦੀਆਂ ਥੋੜ੍ਹੀਆਂ ਜਿਹੀਆਂ ਤੜਾਵਾਂ ਕੱਸਣੀਆਂ ਚਾਹੀਦੀਆਂ। ਕੁਝ ਲੋਕ ਬੇਹੂਦਗੀ ਦੀਆਂ ਹੱਦਾਂ ਪਾਰ ਕਰ ਰਹੇ ਨੇ। ਜੀ ਮਤਲਬ ਤੁਸੀਂ ਕੁਰਬਾਨੀਆਂ ਦੀ ਗੱਲ ਕੀਤੀ ਤੇ ਕੁਰਬਾਨੀਆਂ ਤੋਂ ਯਾਦ ਆ ਗਿਆ ਕਿ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਹੋਰਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਭਗਤ ਸਿੰਘ ਹੋਰਾਂ ਦੇ ਨਾਲ ਰਾਜਗੁਰੂ ਤੇ ਸੁਖਦੇਵ ਦਾ ਨਾਮ ਆਉਂਦਾ। ਪਰ ਹੁਣ ਮਹਾਰਾਸ਼ਟਰ ਦੇ ਵਿੱਚ ਸੁਣਨ 'ਚ ਆਇਆ ਕਿ ਉੱਥੇ ਕੋਈ ਸਕੂਲ ਸਿਲੇਬਸ ਦੀ ਕਿਤਾਬ ਆ ਤੇ ਉੱਥੇ ਸ਼ਹੀਦ ਸੁਖਦੇਵ ਦਾ ਨਾਮ ਕੱਟ ਕੇ ਤੇ ਕੋਈ ਕੁਰਬਾਨ ਹੁਸੈਨ ਜੋੜ ਦਿੱਤਾ ਗਿਆ। ਉਹ ਫਿਰ ਕੀ ਕਹਾਣੀ ਆ? ਪਹਿਲੀ ਗੱਲ ਤਾਂ ਜਿਹੜਾ ਕੁਰਬਾਨ ਹੁਸੈਨ ਆ ਉਹ ਲੋਕਾਂ ਨੂੰ ਪਤਾ ਨਹੀਂ, ਉਹ ਕੋਈ ਕੁਰਬਾਨ ਹੁਸੈਨ ਨਹੀਂ, ਸੱਚੀ ਮੁੱਚੀ ਦੇਸ਼ ਤੋਂ ਕੁਰਬਾਨ ਹੋਇਆ ਹੁਸੈਨ ਆ ਜੀ। ਉਹ ਵੀ ਅੰਗਰੇਜ਼ਾਂ ਨੇ ਸ਼ਹੀਦ ਕੀਤਾ ਸੀ ਜੀ। ਇਹ ਪਤਾ ਨਹੀਂ ਕੀ ਹੋਇਆ, ਕਿੱਦਾਂ ਹੋਇਆ। ਉਹਦੇ ਵਿੱਚੋਂ ਭਗਤ ਸਿੰਘ ਤੇ ਰਾਜਗੁਰੂ ਦੇ ਨਾਂ ਨਾਲ ਸੁਖਦੇਵ ਕੱਟ ਦਿੱਤਾ ਗਿਆ, ਕੁਰਬਾਨ ਹੁਸੈਨ ਪਾਤਾ। ਔਰ ਮਹਾਰਾਸ਼ਟਰ ਦੇ ਸਕੂਲਾਂ ਦੀ ਕਿਤਾਬ ਵਿੱਚ ਜਿਹੜੀ ਮਰਾਠੀ ਬੋਲੀ ਜੀ, ਜੇ ਕੋਈ ਦੂਜੀ ਬੋਲੀ ਹੋਵੇ ਤਾਂ ਆਖੀ ਉਹਨਾਂ ਨੂੰ ਪੜ੍ਹਨ ਦਾ ਪਤਾ ਨਹੀਂ ਲੱਗਾ, ਗਲਤੀ ਕਰ ਗਏ, ਉਹਦੇ 'ਚ ਪਾਇਆ ਗਿਆ। ਇਹਦੇ ਉੱਤੇ ਸਭ ਤੋਂ ਪਹਿਲਾ ਪ੍ਰੋਟੈਸਟ ਪੰਜਾਬ 'ਚੋਂ ਨਹੀਂ ਹੋਇਆ, ਪੁਣੇ ਦੇ ਵਿੱਚੋਂ ਹੋਇਆ। ਜਿਹੜਾ ਭਗਤ ਸਿੰਘ ਹੋਰਾਂ ਦੇ ਨਾਲ ਰਾਜਗੁਰੂ ਸੀ ਸ਼ਹੀਦ ਹੋਇਆ, ਫਾਂਸੀ ਲੱਗਾ ਜੀ। ਰਾਜਗੁਰੂ ਦਾ ਪਰਿਵਾਰ ਪੁਣੇ 'ਚ ਰਹਿੰਦਾ। ਮੈਂ 5-6 ਸਾਲ ਪਹਿਲਾਂ ਉੱਥੇ ਗਿਆ ਸਾਂ, ਉੱਥੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਇਆ, ਉਹਨਾਂ ਦੇ ਘਰੋਂ ਹੋ ਕੇ ਆਇਆ। ਇੱਕ ਕਮਰਾ ਉਹਨਾਂ ਨੇ ਉਚੇਚੇ ਤੌਰ ਤੇ ਰਾਜਗੁਰੂ, ਭਗਤ ਸਿੰਘ ਤੇ ਸੁਖਦੇਵ, ਜਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤਿੰਨਾਂ 'ਚੋਂ ਕਿਸੇ ਤਰੀਕੇ ਕਹਿ ਲਓ, ਕਿਉਂਕਿ ਰਾਜਗੁਰੂ ਪਰਿਵਾਰ ਹੈ ਇਸ ਕਰਕੇ ਰਾਜਗੁਰੂ ਅਸਲ ਪਹਿਲਾਂ ਉਹਨਾਂ ਦਾ ਸਤਿਕਾਰ ਕਰਨ ਲਈ ਪਹਿਲਾਂ ਕਹਿ ਸਕਦੇ ਹਾਂ। ਉਹਨਾਂ ਨੇ ਰਾਜਗੁਰੂ ਪਰਿਵਾਰ ਨੇ ਰਾਜਗੁਰੂ ਦੇ ਨਾਲ ਭਗਤ ਸਿੰਘ ਤੇ ਸੁਖਦੇਵ ਦੀਆਂ ਯਾਦਾਂ ਸਮੇਟ ਕੇ ਇੱਕ ਕਮਰਾ ਪੂਰਾ ਉਸੇ ਦਾ ਬਣਾਇਆ, ਉੱਥੇ ਜੋਤ ਜਗਦੀ ਰੱਖਦੇ ਆ। ਮੈਂ ਉੱਥੋਂ ਹੋ ਕੇ ਆਇਆ ਸੀ। ਇਹਦੇ ਉੱਤੇ ਜਿਹੜੀ ਇਹ ਕਿਤਾਬ ਹੈ, ਜਦੋਂ ਪਤਾ ਲੱਗਾ ਸਭ ਤੋਂ ਪਹਿਲਾ ਪ੍ਰੋਟੈਸਟ ਰਾਜਗੁਰੂ ਪਰਿਵਾਰ ਨੇ ਕੀਤਾ ਜੀ ਕਿ ਸਾਨੂੰ ਪੁੱਛੇ ਬਗੈਰ ਕਿੱਦਾਂ ਕਰਤਾ। ਸ਼ਹੀਦ ਸੁਖਦੇਵ ਦੇ ਪਰਿਵਾਰ ਨੇ ਕੀਤਾ, ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੇ ਕੀਤਾ, ਇਹਨਾਂ ਸਾਰਿਆਂ ਨੇ ਕੀਤਾ। ਔਰ ਭਾਜਪਾ ਵਾਲਿਆਂ ਨੇ ਇਸ ਗੱਲ ਤੇ ਅਟੈਕ ਕੀਤਾ ਕਿ ਮਹਾਰਾਸ਼ਟਰ ਦੇ ਵਿੱਚ ਇਸ ਵੇਲੇ ਸਰਕਾਰ ਚੱਲਦੀ ਆ ਕਾਂਗਰਸ ਪਾਰਟੀ ਦੀ ਤੇ ਸ਼ਿਵ ਸੈਨਾ ਦੀ। ਇਹ ਤਾਂ ਜੀ ਉਹਨਾਂ ਨੇ ਵੇਖੋ ਕਿੰਨੀ ਵੱਡੀ ਗਲਤ ਗੱਲ ਕਰ ਦਿੱਤੀ, ਕਿੰਨੀ ਬਦਨਾਮੀ ਵਾਲੀ ਗੱਲ ਆ, ਕਿੰਨਾ ਨੁਕਸਾਨ ਕਰਦਾ ਦੇਸ਼ ਦੀ ਵਿਰਾਸਤ ਦਾ। ਇਹਨਾਂ ਨੇ ਜੋ ਕੀਤਾ ਗਲਤ ਕੀਤਾ, ਸ਼ਹੀਦਾਂ ਦੀ ਬੇਇੱਜ਼ਤੀ ਕੀਤੀ ਆ, ਮਾਫੀ ਮੰਗਣ। ਅੱਜ ਮਹਾਰਾਸ਼ਟਰ ਦੀ ਸਿੱਖਿਆ ਮੰਤਰੀ ਦਾ ਬਿਆਨ ਆ ਗਿਆ ਜੀ। ਉਹ ਕਹਿੰਦੀ ਹੈ ਜੀ ਇਹ ਕਿਤਾਬ ਤੀਸਰੀ ਵਾਰ ਛਪੀ ਹੈ। ਪਹਿਲੀ ਵਾਰੀ 2018 'ਚ ਛਪੀ, ਫਿਰ 2019 'ਚ ਤੇ ਤੀਜੀ ਵਾਰੀ ਹੁਣ ਛਪੀ ਹੈ ਜੀ। ਉਹ ਕਹਿੰਦੀ ਇਹ ਕਿਤਾਬ ਪ੍ਰਾਈਵੇਟ ਪਬਲਿਸ਼ਰ ਦੀ ਆ। ਜਦੋਂ 2018 'ਚ ਪਹਿਲੀ ਵਾਰੀ ਇਹ ਸਿਲੇਬਸ ਵਿੱਚ ਇੱਕ ਚੈਪਟਰ ਸ਼ਾਮਲ ਕਰਨ ਲੱਗਿਆ, ਸੁਖਦੇਵ ਦਾ ਨਾਂ ਕੱਟ ਕੇ ਕੁਰਬਾਨ ਹੁਸੈਨ ਕੀਤਾ ਗਿਆ, ਉਦੋਂ ਭਾਜਪਾ ਦੀ ਸਰਕਾਰ ਸੀ, ਤੁਸੀਂ ਰੋਕਿਆ ਕਿਉਂ ਨਾ? ਜੀ। ਯਾਨੀ ਇਹ ਭਾਜਪਾ ਦੇ ਵੇਲੇ ਦਾ ਸੀਗਾ ਤੇ ਉਹ ਸਿਲੇਬਸ ਕਹਿੰਦੀ ਅਸੀਂ ਚੱਲਦਾ ਰਹਿਣ ਤਾਂ ਅਸੀਂ ਚੈੱਕ ਨਹੀਂ ਕਰ ਸਕੇ। ਇਹ ਠੀਕ ਹੈ, ਗਲਤ ਹੈ, ਪਰ ਕਰਕੇ ਤੁਸੀਂ ਗਏ ਤੇ ਤੁਸੀਂ ਸਾਨੂੰ ਕਹਿੰਦੇ ਇਹ ਮਤਲਬ ਇੱਕ ਕਿਸਮ ਦੀ ਬਲੇਮ ਗੇਮ ਚੱਲ ਪਈ ਜੀ। ਹੁਣ ਪਹਿਲੀ ਗੱਲ ਤਾਂ ਇਹ ਆ ਕਿ 3 ਸਾਲ ਤੱਕ ਇਹ ਗੱਲ 2 ਸਾਲ ਤੱਕ ਢੱਕੀ ਕਿਉਂ ਰਹੀ? 2018 ਦਾ ਮਾਮਲਾ ਸੀ, ਹੁਣ ਤੱਕ ਢੱਕਿਆ ਕਿਉਂ ਰਿਹਾ? ਉੱਥੋਂ ਦੇ ਕਿਸੇ ਖੱਬੇ ਪੱਖੀ, ਸੱਜੇ ਪੱਖੀ, ਕਿਸੇ ਵਿਦਵਾਨ, ਕਿਸੇ ਚਿੰਤਕ, ਕਿਸੇ ਲੇਖਕ ਨੇ ਇਹਦਾ ਕੋਈ ਧਿਆਨ ਹੀ ਨਹੀਂ ਕੀਤਾ ਕਿ ਕਿਤਾਬਾਂ 'ਚ ਆ ਕੀ ਲਿਖਿਆ ਪਿਆ। ਕਿਸੇ ਨੇ ਕੋਈ ਖਿਆਲ ਹੀ ਨਹੀਂ ਕੀਤਾ।
ਤੇ ਛਪਦਾ ਰਿਹਾ। ਹੁਣ ਤੀਸਰੀ ਵਾਰ ਕਿਤਾਬ ਛਪ ਗਈ ਤੇ ਭਾਜਪਾ ਨੇ ਰੌਲਾ ਪਾ ਦਿੱਤਾ। ਰੌਲਾ ਉਦੋਂ ਪਾਇਆ ਜਦੋਂ ਪਹਿਲਾਂ ਰਾਜਗੁਰੂ ਦੇ ਪਰਿਵਾਰ ਨੇ, ਸ਼ਹੀਦ ਸੁਖਦੇਵ ਦੇ ਪਰਿਵਾਰ ਨੇ ਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੇ, ਇਹਨਾਂ ਤਿੰਨਾਂ ਸ਼ਹੀਦਾਂ ਦੇ ਪਰਿਵਾਰਾਂ ਨੇ ਇਹ 'ਤੇ ਪ੍ਰੋਟੈਸਟ ਕੀਤਾ ਵੀ ਇਹ ਗਲਤ ਹੋਇਆ ਜੀ। ਉਹਦੇ ਤੋਂ ਬਾਅਦ ਭਾਜਪਾ ਨੇ ਦੋਸ਼ ਲਾਇਆ ਕਿ ਇੱਥੇ ਕਾਂਗਰਸ ਤੇ ਸ਼ਿਵ ਸੈਨਾ ਦੀ ਸਰਕਾਰ ਹੈ। ਹੁਣ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਕਰਕੇ ਗਏ ਹੋ, ਹੁਣ ਜਵਾਬ ਦੇਣਾ ਸ਼ਾਇਦ ਭਾਜਪਾ ਲਈ ਔਖਾ ਜੇ। ਜੀ, ਭਾਜਪਾ ਦੀ ਗੱਲ ਚੱਲੀਏ ਬੰਨ ਸਾਹਿਬ, ਤਾਂ ਭਾਜਪਾ ਹੁਣ ਤਾਂ ਮੈਨੂੰ ਲੱਗਦਾ ਵੀ ਹੌਲੀ ਹੌਲੀ ਰੇਟ ਵਾਲਾ ਕੰਮ ਹੀ ਚੱਲ ਪਿਆ ਵੀ ਦੱਸੋ ਜੀ ਕਿਹੜੀ ਚੀਜ਼ ਚਾਹੀਦੀ ਆ, ਤੁਸੀਂ ਰੇਟ ਬੋਲੋ ਤੇ ਆਪਾਂ ਪ੍ਰਾਈਵੇਟ ਕਰ ਦਿੰਦੇ ਹਾਂ। ਕੱਲ੍ਹ ਜੇ ਆਪਾਂ ਏਅਰਪੋਰਟਾਂ ਦੀ ਗੱਲ ਕਰਦੇ ਸੀ, ਹੁਣ ਸੁਣਨ 'ਚ ਆਇਆ ਕਿ ਕੋਈ 5 ਸਰਕਾਰੀ ਬੈਂਕਾਂ ਨੇ ਉਹ ਵੀ ਆਪਾਂ ਪ੍ਰਾਈਵੇਟ ਕਰ ਦੇਣੀਆਂ। ਵਿੱਚ ਇਹ ਵੀ ਗੱਲ ਚੱਲਦੀ ਹੈ ਕਿ ਜੇ ਕਿਸੇ ਨੇ ਰੇਲਵੇ ਸਟੇਸ਼ਨ ਲੈਣਾ ਤਾਂ ਉਹ ਵੀ ਦੇ ਦਿਆਂਗੇ। ਦੇਖੋ ਇਹਦੇ 'ਚ ਇਸ ਤਰ੍ਹਾਂ ਕਿ ਪਹਿਲਾਂ 27-28 ਬੈਂਕ ਸਨ ਜੀ, ਉਹਨਾਂ 'ਚੋਂ ਕੁਝ ਬੈਂਕ ਇਕੱਠੇ ਕੀਤੇ ਗਏ, ਸਟੇਟ ਬੈਂਕ ਵਿੱਚ ਪਾਏ ਗਏ ਜੀ। ਜਿੰਨੇ ਬੈਂਕਾਂ ਦੇ ਨਾਲ ਸਟੇਟ ਲੱਗਦਾ ਸੀ, ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ, ਜੀ, ਸਟੇਟ ਬੈਂਕ ਆਫ ਟਰਾਵਨਕੋਰ, ਉਹ ਜਿੰਨੇ ਸਟੇਟ ਬੈਂਕ ਵਾਲੇ ਸੀ ਉਹ ਸਾਰੇ ਸਟੇਟ ਬੈਂਕ ਆਫ ਇੰਡੀਆ 'ਚ ਪਾ ਦਿੱਤੇ ਸੀ ਜੀ। ਫਿਰ ਆ ਪਿੱਛੇ ਜੇ 10 ਬੈਂਕ ਹੋਰ ਇਕੱਠੇ ਕਰਕੇ ਦੂਸਰੇ ਬੈਂਕਾਂ 'ਚ ਪਾਏ ਗਏ। ਉਹ ਪਾਉਣ ਨਾਲ ਹੁਣ ਬੈਂਕਾਂ ਦੀ ਗਿਣਤੀ ਕਾਫੀ ਘਟ ਗਈ ਹੈ ਜੀ। ਉਸ ਘਟਦੀ ਗਿਣਤੀ ਦੇ ਵਿੱਚੋਂ 5 ਬੈਂਕ ਇਹਨਾਂ ਨੇ ਚੁਣ ਲਏ ਆ ਜਿਹੜੇ ਪ੍ਰਾਈਵੇਟ ਹੱਥਾਂ ਹੀ ਦੇ ਦੇਣੇ ਆ। ਉਹਨਾਂ ਦੇ ਵਿੱਚੋਂ ਵੱਡਾ ਹਿੱਸਾ, ਜਦੋਂ ਵੱਡਾ ਹਿੱਸਾ ਕਹਿੰਦੇ ਆ ਤੇ ਇਹਦਾ ਮਤਲਬ 51% ਸ਼ੇਅਰ ਪ੍ਰਾਈਵੇਟ ਹੋਣਗੇ ਜੀ, 49% ਸਰਕਾਰ ਦੇ ਹੋਣਗੇ ਜਾਂ 49 ਤੋਂ ਵੀ ਘੱਟ ਹੋਣਗੇ ਜੀ। ਉਹ ਜਿੰਨੇ ਸ਼ੇਅਰ ਪ੍ਰਾਈਵੇਟ ਦੇ ਰਹੇ ਆ, ਲੱਗਦਾ ਇਹ ਆ ਕਿ ਪਹਿਲਾਂ 에ਅਰਪੋਰਟ ਜਿਹੜੇ ਆ, ਪਹਿਲਾਂ ਬੰਦਰਗਾਹਾਂ ਜੀ, ਉਹ ਅਡਾਨੀ ਹੋਰਾਂ ਨੂੰ ਤੇ ਦੂਜਿਆਂ ਨੂੰ ਦਿੱਤੀਆਂ ਸਨ, ਫਿਰ 에ਅਰਪੋਰਟ ਦਿੱਤੇ ਤੇ 에ਅਰਪੋਰਟਾਂ ਤੋਂ ਬਾਅਦ ਹੁਣ ਬੈਂਕ ਵੀ ਉਹਨਾਂ ਨੂੰ ਸੌਂਪੇ ਜਾਣ ਲੱਗੇ ਆ। ਜੀ। ਜਦੋਂ ਉਹਨਾਂ ਨੂੰ ਸੌਂਪੇ ਗਏ, ਸਰਕਾਰ ਦਾ ਦਖਲ ਘਟ ਜਾਏਗਾ, ਆਪਣੀ ਮਰਜ਼ੀ ਨਾਲ ਉਹਨਾਂ ਕੀ ਕਰਨਾ, ਕਿਹਨੂੰ ਪੈਸਾ ਦੇਣਾ, ਕਿੱਥੋਂ ਲੈਣਾ, ਉਹ ਫਿਰ ਚਮਦੀਆਂ ਚਲਾਉਣਗੇ ਜੀ। ਪਰ ਆ ਲਾਕਡਾਊਨ 'ਚ ਕੋਲੇ ਦਾ ਵੀ ਤੇ ਕਰ ਦਿੱਤਾ ਸੀ ਨਾ, ਕੋਲੇ ਦਾ ਵੀ ਕੀਤਾ ਸੀਗਾ। ਪਰ ਸਾਡੇ ਲਈ ਦੁੱਖ ਦੀ ਗੱਲ ਇਹ ਆ ਜੀ ਕਿ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਉਹਦੇ ਵੱਲ ਨੂੰ ਝਾਤੀਆਂ ਮਾਰਦੇ ਸੀ, ਜੀ, ਪੰਜਾਬ ਨੈਸ਼ਨਲ ਬੈਂਕ ਤਾਂ ਬਚ ਗਿਆ। ਹੁਣ ਪੰਜਾਬ ਐਂਡ ਸਿੰਧ ਬੈਂਕ ਨਜ਼ਰ ਹੇਠ ਹੈ ਕਿ ਉਹਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਜੀ। ਇਹ ਪ੍ਰਾਈਵੇਟਾਈਜ਼ ਕਰਨਗੇ ਜਾਂ ਕੀ ਕਰਨਗੇ ਅਜੇ ਕੋਈ ਪਤਾ ਨਹੀਂ। ਇਹਦੇ ਤੋਂ ਬਾਅਦ ਸਰਕਾਰ ਦੀ ਨੀਤੀ ਹੈ ਕਿ ਅਸੀਂ ਕੁਝ ਰੇਲਵੇ ਲਾਈਨਾਂ, ਕੁਝ ਰੇਲਵੇ ਰੂਟ ਪ੍ਰਾਈਵੇਟਾਈਜ਼ ਕਰਨੇ ਆ ਤੇ ਫਿਰ ਕੁਝ ਸਟੇਸ਼ਨ ਵੀ ਪ੍ਰਾਈਵੇਟਾਈਜ਼ ਕੀਤੇ ਜਾ ਸਕਦੇ ਆ। ਜੀ। ਜਿਹੜੀਆਂ ਗੱਡੀਆਂ ਪ੍ਰਾਈਵੇਟ ਕੀਤੀਆਂ ਜਾਣਗੀਆਂ, ਰੂਟ ਪ੍ਰਾਈਵੇਟ ਕੀਤੇ ਜਾਣਗੇ, ਉਹ ਜਿਹੜੀ ਲਾਈਨ ਤੇ ਚੱਲਣਗੀਆਂ ਕਿਲੋਮੀਟਰ ਦੇ ਹਿਸਾਬ ਨਾਲ ਰੇਲਵੇ ਨੂੰ ਉਹਨਾਂ ਪੈਸਾ ਦੇਣਗੀਆਂ, ਜੀ। ਪਰ ਉਹਦੇ ਵਿੱਚੋਂ ਸਮਾਨ ਕਿੰਨਾ ਵੇਚਣਾ, ਕਿੰਨੀ ਕਮਾਈ ਕਰਨੀ ਆ, ਮੁਸਾਫਰਾਂ ਦੀਆਂ ਟਿਕਟਾਂ ਕਿੰਨੀਆਂ, ਇਹ ਉਹਨਾਂ ਦੀ ਮਰਜ਼ੀ ਤੇ ਹੋਵੇਗਾ। ਕਿਰਾਇਆ ਰੇਲਵੇ ਤੈਅ ਕਰੇਗੀ। ਜੀ। ਫਿਰ ਇਹਦੇ ਤੋਂ ਬਾਅਦ ਇਹ ਹੋ ਗਿਆ ਕਿ ਰੇਲਵੇ ਲਾਈਨਾਂ ਵੀ ਕੁਝ ਪ੍ਰਾਈਵੇਟਾਈਜ਼ ਕਰ ਦਿਓ ਕਿ ਗੱਡੀਆਂ ਕਿਸੇ ਦੀਆਂ ਚੱਲਣੀਆਂ, ਉਹ ਰੇਲਵੇ ਲਾਈਨਾਂ ਦੇ ਕਿਰਾਇਆ ਦੇਵੇ, ਜਿਹਦੀਆਂ ਰੇਲਵੇ ਲਾਈਨਾਂ ਉਹ ਰੇਲਵੇ ਲਾਈਨਾਂ ਨੂੰ ਠੀਕ ਕਰੇ ਪਰ ਗੱਡੀਆਂ ਵਾਲਿਆਂ ਤੋਂ ਕਿਰਾਇਆ ਲਵੇ, ਤੇ ਨਾਲ ਦੋਵੇਂ ਤਰ੍ਹਾਂ ਸਰਕਾਰ ਨੂੰ ਰੈਵਨਿਊ ਦੇਣ। ਹੌਲੀ ਹੌਲੀ ਹੁਣ ਇੱਥੇ ਗੱਲ ਆਉਂਦੀ ਪਈ ਆ ਕਿ ਕੁਝ 94 ਸਟੇਸ਼ਨ ਵੀ ਜਿਹੜੇ ਆ ਉਹ ਪ੍ਰਾਈਵੇਟਾਈਜ਼ ਕਰ ਦਿਓ, ਜਿਹੜਾ ਚਲਾ ਸਕਦਾ ਚਲਾ ਲਵੇ। ਸਰਕਾਰ ਆਪਣੀ ਜ਼ਿੰਮੇਵਾਰੀ ਹੌਲੀ ਹੌਲੀ ਜਿਹੜੀ ਆ ਘਟਾਈ ਜਾ ਰਹੀ ਆ। ਜੀ। ਸਰਕਾਰ ਸਿਰਫ ਰਾਜਨੀਤੀ ਕਰਨ ਵਾਸਤੇ ਰਹਿ ਜਾਏਗੀ ਨਾ। ਬਿਲਕੁਲ ਸਹੀ। ਇਹ ਵੀ ਬਹੁਤ ਵੱਡਾ ਕੰਮ ਹੈ। ਰਾਜਨੀਤੀ ਕੋਈ ਛੋਟਾ ਕੰਮ ਥੋੜ੍ਹਾ ਹੁੰਦਾ। ਰੋਜ਼ ਹੀ ਕਿਸੇ ਦੀ ਪੱਗ ਲਾਉਣੀ, ਕਿਸੇ ਤੇ ਚਿੱਕੜ ਸੁੱਟਣਾ, ਚਿੱਕੜ ਸੁੱਟ ਕੇ ਬਾਅਦ 'ਚ ਆਪਣੇ ਹੱਥ ਵੀ ਧੋਣੇ ਪੈਂਦੇ ਆ, ਕੋਈ ਸੈਨੀਟਾਈਜ਼ ਵੀ ਕਰਨਾ ਪੈਂਦਾ, ਸੈਨੀਟਾਈਜ਼ਰ ਵੀ ਬੜੇ ਮਹਿੰਗੇ ਆ, ਤੇ ਉਹ ਸਾਰੇ ਕੰਮਾਂ ਵਾਸਤੇ ਬਥੇਰਾ ਖਰਚਾ ਹੁੰਦਾ। ਜਦੋਂ ਮੋਦੀ ਸਰਕਾਰ ਆਈ ਆ, ਇਹਨੇ ਆਉਂਦਿਆਂ ਹੀ ਇੱਕ ਬੜਾ ਨਵਾਂ ਫੈਸਲਾ ਕੀਤਾ ਸੀ। ਪੰਡਿਤ ਨਹਿਰੂ ਦੇ ਵੇਲੇ ਤੋਂ ਲੈ ਕੇ ਅੱਜ ਤੱਕ ਭਾਰਤ ਵਿੱਚ 2 ਬਜਟ ਪੇਸ਼ ਹੁੰਦੇ ਸੀ ਪਾਰਲੀਮੈਂਟ 'ਚ, ਜੀ। ਇੱਕ ਦੇਸ਼ ਦਾ ਆਮ ਬਜਟ, ਇੱਕ ਰੇਲਵੇ ਬਜਟ। ਔਰ ਰੇਲਵੇ ਬਜਟ ਲੋਕਾਂ ਦਾ ਧਿਆਨ ਖਿੱਚਦਾ ਸੀ ਕਿ ਕਿਹੜੇ ਸੂਬੇ ਨੂੰ ਕਿੰਨੀਆਂ ਗੱਡੀਆਂ ਲੱਗ ਗਈਆਂ, ਕਿੱਥੇ ਨਵੀਂ ਰੇਲਵੇ ਲਾਈਨ ਬਣੀ, ਕਿੱਥੇ ਪੁਰਾਣੀ ਜਿਹੜੀ ਬਦਲੀ ਗਈ, ਕਿੱਥੇ ਨਵੀਂ ਐਕਸਟੈਂਡ ਕੀਤੀ ਗਈ, ਇਹ ਸਾਰਾ ਕੁਝ ਧਿਆਨ ਖਿੱਚਦਾ ਹੁੰਦਾ ਸੀ। ਜੀ। ਇਹਨਾਂ ਨੇ ਪਹਿਲੇ ਸਾਲ ਪੇਸ਼ ਕੀਤਾ, ਦੂਜੇ ਸਾਲ ਆ ਕੇ ਨਰਿੰਦਰ ਮੋਦੀ ਨੇ ਕਹਿ ਦਿੱਤਾ ਸੀ ਕਿ ਰੇਲਵੇ ਬਜਟ ਵੱਖਰਾ ਕਰਨ ਦੀ ਲੋੜ ਨਹੀਂ। ਜਿਹੜਾ ਆਮ ਬਜਟ ਹੈ ਉਹਦੇ ਵਿੱਚ ਇਹ 2 ਸਫ਼ੇ ਰੇਲਵੇ ਦੇ ਕਰ ਦਿਆਂਗੇ। ਕਿੱਥੇ ਤਾਂ ਰੇਲਵੇ ਦੀ ਇੱਕ ਡਿਵੀਜ਼ਨ, ਇੱਕ ਤੱਕ ਰੂਟ ਤੱਕ ਦੀਆਂ ਗੱਲਾਂ ਹੁੰਦੀਆਂ ਸਨ, ਜੀ। ਤੇ ਕਿੱਥੇ ਇਹ ਲੈਣ ਦਾ ਕਿ ਜੋ ਦਿਲ ਕੀਤਾ ਕਰ ਲਾਂਗੇ, ਬਾਕੀ ਰਹਿਣ ਦਿਆਂਗੇ, ਇਹ ਤਾਂ ਜੀ ਆਮ ਬਜਟ ਦਾ ਹੀ ਹਿੱਸਾ ਵਾ, ਇਹਨੂੰ ਵੱਖਰਾ ਕੋਈ ਕਰਨਾ ਨਹੀਂ। ਰੇਲਵੇ ਦਾ ਬਜਟ ਹੀ ਖਤਮ ਕਰ ਦਿੱਤਾ ਸੀ। ਤੇ ਹੁਣ ਜੋ ਰੇਲਵੇ ਸਟੇਸ਼ਨਾਂ ਨੂੰ ਵੀ ਇਸੇ ਤਰ੍ਹਾਂ ਪ੍ਰਾਈਵੇਟਾਈਜ਼ ਕਰਨ, ਤੇ ਇਹਦੇ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ। ਭਾਜਪਾ ਦੀ ਇੱਕ ਨੀਤੀ ਹੈ ਜਿਹੜੀ ਵਾਜਪੇਈ ਸਰਕਾਰ ਵੇਲੇ ਤੋਂ ਚੱਲਦੀ ਪਈ ਹੈ। ਜੀ। ਹੁਣ ਸਭ ਅੱਜ ਰਿਜ਼ਲਟ ਆਇਆ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ, ਤੇ ਉਹਦੇ 'ਚ ਆਸ ਤਾਂ ਇਹ ਕੀਤੀ ਜਾ ਰਹੀ ਸੀ ਵੀ ਸ਼ਾਇਦ ਕੁਝ ਨਤੀਜੇ ਬਦਲਣ, ਪਰ ਨਤੀਜੇ ਉੱਦਾਂ ਹੀ ਆ, ਕੁੜੀਆਂ ਫਿਰ ਬਾਜ਼ੀ ਮਾਰ ਗਈਆਂ ਜੀ। ਦੇਖੋ, ਕੁੜੀਆਂ ਤਰੱਕੀ ਕਰਦੀਆਂ ਨੇ, ਚੰਗੀ ਗੱਲ ਹੈ, ਅੱਗੇ ਲੰਘ ਗਈਆਂ, ਖੁਸ਼ੀ ਦੀ ਗੱਲ ਹੈ। ਉਹਨਾਂ ਨੂੰ ਮਾਣ ਸਤਿਕਾਰ ਮਿਲੇਗਾ ਤੇ ਮਿਲਣਾ ਵੀ ਚਾਹੀਦਾ, ਸਾਨੂੰ ਸਾਰਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਜੀ। ਪਰ ਕਿਸੇ ਵੀ ਮਾਂ-ਬਾਪ ਦੇ ਸਿਰ ਵਿੱਚ ਜੇ ਅਕਲ ਹੋਵੇ, ਜੇ ਉਹ ਧੀ ਪੁੱਤ ਨੂੰ ਬਰਾਬਰ ਜਾਣਦਾ ਹੋਵੇ,
ਉਹਨੂੰ ਜਿੰਨੀ ਧੀ ਦੇ ਅੱਗੇ ਲੰਘਣ ਦੀ ਖੁਸ਼ੀ ਹੋਵੇਗੀ ਓਨਾ ਹੀ ਉਹਨੂੰ ਇਹ ਗੱਲ ਚੁੱਭ ਸਕਦੀ ਹੈ ਕਿ ਪੁੱਤ ਚੰਗਾ ਭਲਾ ਹੁੰਦਾ ਸੀ, ਇਹ ਪਛੜ ਕਿਉਂ ਗਿਆ। ਜੀ ਜੇ ਪੁੱਤ ਥੋੜਾ ਅੱਗੇ ਲੰਘ ਜਾਵੇ ਤੇ ਧੀ ਦੇ ਬਾਰੇ ਵੀ ਉਹਨੂੰ ਚਿੰਤਾ ਹੋਊਗੀ ਕਿ ਧੀ ਕਿਉਂ ਪਛੜ ਗਈ। ਜੀ ਧੀ ਅੱਗੇ ਲੰਘ ਜਾਵੇ ਤੇ ਪੁੱਤ ਬਾਰੇ ਵੀ। ਹੁਣ ਜੇ ਤਾਂ ਇਹ ਹੋਵੇ ਕਿ ਉੱਪਰ ਜਾ ਕੇ ਜਿਹੜੇ ਟਾਪ 10 ਆ ਉਹਨਾਂ ਚੋਂ 6 ਕੁੜੀਆਂ ਤੇ 4 ਮੁੰਡੇ ਹੋਣ, ਜੀ ਵੀ 5-5 ਹੁੰਦੇ ਤੇ ਬਰਾਬਰ ਸੀ, ਚਲੋ ਇੱਕ ਕੁੜੀ ਵੱਧ ਚਲੀ ਗਈ, ਮੁੰਡੇ 4 ਰਹਿ ਗਏ, ਇਹ ਤਾਂ ਉਨੀ ਕੀ ਹੁੰਦਾ। ਪਰ ਜੇ ਹੋਵੇ 8 ਕੁੜੀਆਂ ਅੱਗੇ ਲੰਘੀਆਂ ਨੇ ਤੇ ਮੁੰਡੇ ਸਿਰਫ 2 ਨੇ, ਇਹਨਾਂ ਨਾਲ ਫਰਕ ਪੈ ਜੇ, ਜੀ ਮੁੰਡੇ ਪਛੜਨ ਲੱਗ ਪੈਣ, ਕੁੜੀਆਂ ਇੰਨੀਆਂ ਅੱਗੇ ਲੰਘ ਜਾਣ। ਕੁੜੀਆਂ ਦੇ ਲੰਘਣ ਦੀ ਸਾਨੂੰ ਖੁਸ਼ੀ ਆ ਔਰ ਇਹ ਲੰਘਣਾ ਚਾਹੀਦਾ, ਆਪਣੀ ਹਿੰਮਤ ਨਾਲ ਲੰਘੀਆਂ ਨੇ, ਕੋਈ ਲਿਹਾਜ਼ ਨਹੀਂ ਉਹਨਾਂ ਨੂੰ ਹੋਇਆ। ਜੀ ਪਰ ਦੁੱਖ ਦੀ ਗੱਲ ਇਹ ਆ ਕਿ ਮੁੰਡੇ ਪੜ੍ਹਾਈ ਦੇ ਵਿੱਚੋਂ ਥੋੜ੍ਹੀ ਜਿਹੀ ਉਪਰਾਮਤਾ, ਥੋੜ੍ਹੀ ਜਿਹੀ ਉਦਾਸੀਨਤਾ, ਥੋੜ੍ਹੇ ਜਿਹੇ ਇਹ ਬੇਚੈਨੀ ਜਿਹੀ ਮਹਿਸੂਸ ਕਰਨ ਲੱਗ ਪਏ ਆ। ਉਹ ਤੋਂ ਜਿੰਨਾ ਧਿਆਨ ਦੇਣਾ ਚਾਹੀਦਾ ਉਹਨਾਂ ਅੱਜ ਕੱਲ੍ਹ ਨਹੀਂ ਦੇ ਰਹੇ। ਇਹਦੇ ਵੱਲ ਵੀ ਵੇਖਣਾ ਚਾਹੀਦਾ ਕਿ ਆਖਿਰਕਾਰ ਇਸ ਸਿਸਟਮ ਦੇ ਨਾਲ ਉਹਨਾਂ ਦੀ ਨਾਰਾਜ਼ਗੀ ਕੀ ਆ ਕਿ ਬੱਚੇ ਅੱਗੇ ਜਿੰਨਾ ਧਿਆਨ ਨਹੀਂ ਦਿੰਦੇ। ਜੀ ਦੂਜੀ ਗੱਲ ਇਹ ਆ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਪਿਛਲੇ ਸਾਲ ਜਿਹੜੇ ਨਤੀਜੇ ਆਏ ਸੀ, ਪਹਿਲੀ ਵਾਰ ਸੀ ਕਿ ਸਰਕਾਰੀ ਸਕੂਲ ਜਿਹੜੇ ਆ ਉਹ ਪ੍ਰਾਈਵੇਟ ਤੋਂ ਅੱਗੇ ਲੰਘੇ ਸੀ। ਜੀ ਇਸ ਵੇਲੇ ਲਗਾਤਾਰ ਦੂਜਾ ਸਾਲ ਹੈ ਕਿ ਸਰਕਾਰੀ ਸਕੂਲ ਅੱਗੇ ਲੰਘ ਗਏ। ਮੈਂ ਅੱਜ ਹੀ ਅੰਕੜੇ ਪੜ੍ਹਦਾ ਹਟਿਆ, 94% ਜਿਹੜੇ ਆ ਉਹ ਸਰਕਾਰੀ ਸਕੂਲਾਂ ਦਾ ਰਿਜ਼ਲਟ ਹੈ, 92% ਜਿਹੜਾ ਉਹਨਾਂ ਸਕੂਲਾਂ ਦਾ ਜਿਹੜੇ ਸਰਕਾਰੀ ਨੇ, ਪ੍ਰਾਈਵੇਟ ਨੇ ਪਰ ਸਰਕਾਰ ਦੀ ਮਦਦ ਨਾਲ ਚੱਲਦੇ ਆ, ਜੀ ਤੇ ਉਹਦੇ ਤੋਂ ਵਾਹਵਾ ਘੱਟ 87-87% ਉਹਨਾਂ ਦਾ ਜਿਹੜੇ ਪੂਰੀ ਤਰ੍ਹਾਂ ਪ੍ਰਾਈਵੇਟ ਨੇ, ਐਸੋਸੀਏਟਡ ਨੇ। ਜੀ ਇਹਦੇ 'ਚ ਜੇ ਸਰਕਾਰੀ ਸਕੂਲਾਂ ਦਾ ਰਿਜ਼ਲਟ ਇੰਨਾ ਵਧੀਆ ਹੋ ਗਿਆ, ਨਕਲ ਲੱਗੇ ਨੇ ਉਹ ਕਹਿੰਦੇ ਘਟਾਈ ਵੀ ਹੈ, ਤੇ ਇਹ ਕਰੋਨਾ ਵਾਇਰਸ ਸ਼ੁਰੂ ਹੋਣ ਤੋਂ ਪਹਿਲਾਂ ਹੋਏ ਸੀ ਇਮਤਿਹਾਨ। ਇਹਦੇ 'ਚ ਕੁਝ ਨਾ ਕੁਝ ਤਾਂ ਫਿਰ ਵੇਖਣਾ ਚਾਹੀਦਾ ਕਿ ਐਜੂਕੇਸ਼ਨ ਮਹਿਕਮੇ 'ਚ ਆ ਕੇ ਕੁਝ ਤੜਾਵਾਂ ਕੱਸੀਆਂ ਜਿਹਦਾ ਅਸਰ ਪਿਆ, ਕਿਤੇ ਕੰਮ ਦਾ ਅਸਰ ਤਾਂ ਹੁੰਦਾ। ਜੀ ਪੰਜ ਸਾਹਿਬ ਤੁਸੀਂ ਸਮਾਂ ਕੱਢਿਆ ਜੀ, ਬਹੁਤ ਧੰਨਵਾਦ। ਤੇ ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਸਾਡੀਆਂ ਇਹ ਗੱਲਾਂ ਬਾਤਾਂ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਉਹ ਲਾਈਕ ਵਾਲਾ ਬਟਨ ਦੱਬ ਕੇ ਤੁਸੀਂ ਜ਼ਰੂਰ ਹੌਸਲਾ ਅਫਜ਼ਾਈ ਕਰਿਆ ਕਰੋ, ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।